ਗੁਰਬਾਣੀ ਸੰਵਾਦ ਵਿੱਚ ਭਾਈ ਜਸਬੀਰ ਸਿੰਘ ਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਚੈਨਲ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਜਿਹੜੇ ਸਿੱਖ ਰੀਤੀ ਰਿਵਾਜ ਤੇ ਹੋਰਾਂ ਵਿੱਚ ਬਾਣੀ ਤੇ ਜਾਂ ਸਮਝਣ ਵਿੱਚ ਭੁਲੇਖੇ ਪਏ ਹੋਇਆ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰਬਾਣੀ ਅਨੁਸਾਰ ਆਪਣਾ ਜੀਵਨ ਕਿੱਦਾਂ ਢਾਲਣਾ ਉਹਦੇ ਉੱਤੇ ਅਸੀਂ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹਦੇ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ। ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਚੱਲ ਰਹੀ ਹੈ ਸੰਕਟ ਮੋਚਨ ਦੇ ਡਿਫਰੈਂਟ ਸ਼ਬਦਾਂ ਦੀ ਜੀ। ਸੋ ਅਸੀਂ ਉਸੇ ਨੂੰ ਲੜੀ ਨੂੰ ਕੰਟੀਨਿਊ ਕਰਦੇ ਹੋਏ ਇੱਕ ਸ਼ਬਦ ਹੈ ਜਿਹਦੇ ਵਿੱਚ ਟਾਈਟਲ ਹੈ ਫੌਜੀ ਜਵਾਨ ਨੂੰ ਤੱਤੀ ਵਾਹ ਨਾ ਲੱਗੇ। ਜਦੋਂ ਇੱਕ ਫੌਜੀ ਲੜਨ ਜਾਂਦਾ ਉਹਨੂੰ ਕੋਈ ਦੁੱਖ ਨਾ ਹੋਵੇ ਜਾਂ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ, ਉਹਦੇ ਬਾਰੇ ਕਿਹੜਾ ਸ਼ਬਦ ਪੜ੍ਹਨਾ ਚਾਹੀਦਾ। ਤੇ ਉਹਦੇ ਬਾਰੇ ਜੋ ਲਿਖਿਆ ਉਹਨਾਂ ਨੇ ਉਹ ਹੈ ਕਿ ਇਹ ਗੁਰ ਸ਼ਬਦ ਦੇ ਮਰਿਆਦਾ ਅਨੁਸਾਰ ਸ਼ਰਧਾ ਸਹਿਤ ਰੋਜ਼ਾਨਾ 108 ਵਾਰ ਲਗਾਤਾਰ 41 ਦਿਨਾਂ ਲਈ ਕਰਨਾ। ਰੋਜ਼ 108 ਵਾਰ 41 ਦਿਨਾਂ ਲਈ ਕਰਕੇ ਪ੍ਰਸ਼ਾਦ ਵੰਡੋ। ਫੌਜੀ ਜਵਾਨ ਨੂੰ ਤੱਤੀ ਹਵਾ ਨਹੀਂ ਲੱਗੇਗੀ, ਭਾਵ ਗੁਰੂ ਮਹਾਰਾਜ ਆਪ ਰੱਖਿਆ ਕਰਨਗੇ। ਫੌਜ ਵਿੱਚ ਗਏ ਹੋਏ ਪਤੀ ਲਈ ਪਤਨੀ, ਪੁੱਤਰ ਲਈ ਮਾਤਾ ਅਤੇ ਵੀਰ ਦੀ ਹਿਫਾਜ਼ਤ ਲਈ ਭੈਣ ਇਸ ਸ਼ਬਦ ਨੂੰ ਭਾਵਨਾ ਨਾਲ ਪਾਠ ਕਰੇ। ਇਹ ਉਹਦੀ ਵਿਧੀ ਆ। ਸੋ ਇਸ ਤੇ ਪਲੱਸ ਉਸ ਸ਼ਬਦ ਤੇ ਜਿਹੜਾ ਕਿ ਪੰਨਾ ਗੁਰੂ ਗ੍ਰੰਥ ਸਾਹਿਬ ਦੇ ਪੰਨਾ 819 ਤੇ ਅੰਕਿਤ ਹੈ, ਤਾਤੀ ਵਾਹ ਨਾ ਲਾਗੀ ਪਾਰ ਬ੍ਰਹਮ ਸਰ ਰਾਏ ਬਿਲਾਵਲ ਮੱਲਾ ਪੰਜਵਾਂ ਜੀ। ਸੋ ਇਹਦੇ ਬਾਰੇ ਇੱਕ ਤਾਂ ਪਹਿਲੇ ਵਿਆਖਿਆ ਉਹਦੀ ਜਿਹੜੀ ਕਰਨ ਦੀ ਵਿਧੀ, ਫਿਰ ਉਸ ਦੇ ਸ਼ਬਦ ਦੀ ਵਿਆਖਿਆ ਦੇ ਉੱਤੇ ਗੱਲ ਕਰਨੀ ਜੀ। ਜਿਸ ਤਰ੍ਹਾਂ ਅਸੀਂ ਆਪਾਂ ਪਹਿਲੇ ਜਿਹੜੇ ਐਪੀਸੋਡ ਆ ਉਹਨਾਂ ਵਿੱਚ ਵੀ ਇਹ ਗੱਲ ਜਿਹੜੀ ਦੱਸਣ ਦੀ ਕੋਸ਼ਿਸ਼ ਕੀਤੀ ਆ। ਹਾਂਜੀ। ਕਿ ਗੁਰਬਾਣੀ ਦਾ ਜਿਹੜਾ ਮੁੱਖ ਮਕਸਦ ਆ ਉਹ ਸਾਡੇ ਮਨ ਦੇ ਅੰਧਕਾਰ ਨੂੰ ਦੂਰ ਕਰ, ਸਾਡੇ ਅੰਦਰ ਨੂੰ ਰੁਸ਼ਨਾਉਣਾ। ਹਾਂਜੀ। ਤਾਂ ਕਿ ਅਸੀਂ ਇੱਕ ਵਧੀਆ ਜ਼ਿੰਦਗੀ ਜਿਉ ਸਕੀਏ। ਸਾਨੂੰ ਇਹ ਜ਼ਿੰਦਗੀ ਜਾਂ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਉਹਦਾ ਅਸੀਂ ਪੋਜ਼ੀਟਿਵ ਕਿਵੇਂ ਲੈਣਾ, ਸਕਾਰਾਤਮਕ ਭਾਵਨਾ ਆਪਣੇ ਅੰਦਰ ਕਿਵੇਂ ਪ੍ਰਗਟ ਕਰਨੀ ਆ, ਕਿਵੇਂ ਹਰ ਘਟਨਾ ਨੂੰ ਦੇਖਣਾ। ਸਾਨੂੰ ਬਾਣੀ ਵਿੱਚੋਂ ਇਹ ਤਾਕਤ ਮਿਲਦੀ ਆ, ਸ਼ਕਤੀ ਮਿਲਦੀ ਆ। ਜੇ ਸ਼ਬਦਾਂ ਵਿੱਚ ਰੱਬ ਦੀ ਰਜ਼ਾ, ਰੱਬੀ ਭਾਣੇ ਨੂੰ, ਹੁਕਮ ਨੂੰ ਸਮਝਣ ਦੀ ਸਾਨੂੰ ਬਾਣੀ ਵਿੱਚ ਸੋਝੀ ਮਿਲਦੀ ਆ। ਇਹ ਗੱਲ ਵੱਖਰੀ ਆ ਕਿ ਸਮੇਂ ਨਾਲ ਅਸੀਂ ਵੀ ਦੂਜਿਆਂ ਵਾਂਗ ਇਸ ਕਮਜ਼ੋਰੀ ਦਾ ਸ਼ਿਕਾਰ ਹੋ ਗਏ ਹਾਂ। ਗੁਰਬਾਣੀ ਪੂਜਣ ਦਾ ਵਿਸ਼ਾ ਨਹੀਂ ਕਿ ਪੜ੍ਹ ਕੇ, ਬੁੱਝ ਕੇ, ਸਮਝ ਕੇ ਜਾਂ ਗਾ ਕੇ, ਇਸ ਨੂੰ ਸਮਝ ਕੇ ਇਸ ਵੀ ਦਸੀ ਹੋਈ ਵਿਧੀ ਨੂੰ, ਭਾਵ ਜੀਵਨ ਜੁਗਤ ਨੂੰ ਅਪਣਾਉਣ ਦਾ ਵਿਸ਼ਾ। ਇਹ ਸਾਨੂੰ ਮਨਮੁਖ ਤੋਂ ਗੁਰਮੁਖ ਬਣਾਉਣ ਦਾ ਵਿਧੀ ਵਿਧਾਨ ਦਰਸਾਉਂਦੀ ਆ। ਜ਼ਿੰਦਗੀ ਵੀ ਦੇਖੋ ਮੁਸ਼ਕਿਲਾਂ ਹਰ ਇਨਸਾਨ ਦੇ ਜੀਵਨ ਵਿੱਚ ਆਉਂਦੀਆਂ। ਜਿਹੜੇ ਸੱਚਮੁੱਚ ਸੁਚੇਤ ਮਨੁੱਖ ਆ, ਜਾਗਰੂਕ ਮਨੁੱਖ ਆ, ਜਿਹੜੇ ਕੇਵਲ ਆਪਣੇ ਲਈ ਨਹੀਂ ਬਲਕਿ ਦੂਜਿਆਂ ਲਈ ਵੀ ਜਿਉਣਾ ਜਾਣਦੇ ਆ ਜਾਂ ਜਿਉਣ ਦੀ ਕੋਸ਼ਿਸ਼ ਕਰਦੇ ਆ, ਜਿਨ੍ਹਾਂ ਦੇ ਪੱਲੇ ਸੱਚ ਆ, ਉਹਨਾਂ ਨੂੰ ਆਮ ਮਨੁੱਖ ਨਾਲੋਂ ਵਧੇਰੇ ਮੁਸ਼ਕਿਲਾਂ ਆਉਂਦੀਆਂ। ਇਹਦੇ ਵਿੱਚ ਕੋਈ ਦੁਰਾਵਾ ਨਹੀਂ। ਦੁਨੀਆ ਦਾ ਇਤਿਹਾਸ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਆ। ਪਰ ਜਦੋਂ ਇਹੋ ਜਿਹੇ ਜਿਹੜੀਆਂ ਪੁਸਤਕਾਂ ਜਿਹੜੀਆਂ ਉਂਝ ਤਾਂ ਸਾਨੂੰ ਹਰ ਧਰਮ ਵਿੱਚ ਇਹੋ ਜਿਹਾ ਇੱਕ ਸੈਕਟ ਮਿਲੂਗਾ ਕਿ ਜਿਹੜਾ ਕਿ ਆਪਣੇ ਧਰਮ ਗ੍ਰੰਥਾਂ ਵਿੱਚੋਂ ਜੋ ਉਹਨਾਂ ਦੀ ਸਿੱਖਿਆ, ਉਹ ਸਿੱਖਿਆ ਨੂੰ ਇਸ ਤਰ੍ਹਾਂ ਦੀ ਦਿਸ਼ਾ ਦੇ ਕੇ ਆਮ ਲੋਕਾਂ ਨੂੰ ਇਹੋ ਜਿਹੇ ਭੰਬਲ ਭੂਸਿਆਂ 'ਚ ਪਾਉਂਦਾ। ਤੋ ਸਾਡੇ ਵਿੱਚ ਵੀ ਇਹੋ ਜਿਹੀਆਂ ਪੁਸਤਕਾਂ ਦਾ ਮਾਰਕੀਟ ਵਿੱਚ ਆਉਣਾ, ਇਹ ਸਾਡੀ ਚੜ੍ਹਦੀ ਕਲਾ ਦਾ ਨਹੀਂ, ਸਾਡੀ ਢਹਿੰਦੀ ਕਲਾ ਦਾ ਸੂਚਕ ਆ। ਇਹਦੇ ਨਾਲ ਨਾਲ ਅਸੀਂ ਗੁਰਬਾਣੀ ਦੀ ਜੀਵਨ ਜੁਗਤ ਨਾਲੋਂ ਕਿੰਨੇ ਦੂਰ ਹੋ ਚੁੱਕੇ ਹਾਂ, ਟੁੱਟ ਚੁੱਕੇ ਹਾਂ, ਇਹਦਾ ਵੀ ਪ੍ਰਤੱਖ ਪ੍ਰਮਾਣ ਆ। ਗੁਰਬਾਣੀ ਸਾਨੂੰ ਦੱਸਦੀ ਆ ਕਿ ਜਦੋਂ ਅਸੀਂ ਸੰਘਰਸ਼ਮਈ ਜ਼ਿੰਦਗੀ ਜੀਵਾਂਗੇ, ਸਾਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਊ। ਉਹਦੇ ਨਾਲ ਸਾਡਾ ਜਿਹੜਾ ਸਰੀਰਕ ਤੌਰ ਜਾਂ ਮਾਇਕ ਨੁਕਸਾਨ, ਇਹ ਸੁਭਾਵਿਕ ਆ। ਐਸਾ ਨਹੀਂ ਕਿ ਕੋਈ ਇਸ ਤਰ੍ਹਾਂ ਦਾ ਚਮਤਕਾਰ ਵਾਪਰੂਗਾ ਕਿ ਸਾਨੂੰ ਕੁਝ ਹੋਣ ਨਹੀਂ ਲੱਗਾ।
ਸਾਡੇ ਸਾਹਮਣੇ ਗੁਰੂ ਸਾਹਿਬਾਨ ਦੀ ਉਦਾਹਰਨਾਂ। ਗੁਰੂ ਸਾਹਿਬਾਨ, ਜੇ ਅਸੀਂ ਚਮਕੌਰ ਦੀ ਗੱਲ ਕਰੀਏ, ਚਮਕੌਰ ਦੀ ਗੜੀ ਵਿੱਚ ਗੁਰੂ ਸਾਹਿਬ ਨਾਲ ਗਿਣਤੀ ਦੇ ਸਿੰਘ ਆ, 40 ਸਿੰਘ ਆ। ਔਰ ਮਹਾਰਾਜ ਜਿਸ ਬਿਉਂਤਬੰਦੀ ਨਾਲ ਬਾਅਦ ਜਿਹੜਾ ਉਹਨਾਂ ਨੂੰ ਕਿਤੇ ਜ਼ਿਆਦਾ ਗਿਣਤੀ ਵਿੱਚ ਫੌਜਾਂ ਜਿਹੜਾ ਘੇਰਾ ਪਾ ਕੇ ਬੈਠੀਆਂ ਹੋਈਆਂ, ਔਰ ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਸਾਜੋ ਸਮਾਨ ਵੀ ਆ, ਖਾਣ ਪੀਣ ਦੀ ਵੀ ਕੋਈ ਕਮੀ ਨਹੀਂ, ਇਹ ਭੁੱਖੇ ਭਾਣੇ ਉਹ ਥਕਾਵਟ ਨਾਲ ਚੂਰ ਹੋਏ ਗੁਰੂ ਮਹਾਰਾਜ ਨਾਲ ਸਿੰਘ ਆ। ਪਰ ਮਹਾਰਾਜ ਉਹਨਾਂ ਨੂੰ ਕੋਈ ਇਹੋ ਜਿਹੀ ਵਿਧੀ ਨਹੀਂ ਕਹਿੰਦੇ ਕਿ ਭਾਈ ਤੁਸੀਂ ਇੱਕ ਨੁਕਰੇ ਬੈਠ ਕੇ ਆਹ ਸ਼ਬਦ ਜਿਹੜਾ ਇਹਦਾ ਜਾਪ ਵਿਧੀ ਨਾਲ ਕਰਨ ਲੱਗ ਪਵੋ ਤਾਂ ਦੁਸ਼ਮਣ ਜਿਹੜਾ ਸਾਡਾ ਵਾਲ ਵਿੰਗਾ ਨਹੀਂ ਕਰ ਸਕੂਗਾ। ਹੁਣ ਗੁਰੂ ਸਾਹਿਬ ਨੂੰ ਆਪਾਂ ਜ਼ਿਆਦਾ ਸਿਆਣੇ ਨਹੀਂ, ਗੁਰੂ ਤਾਂ ਬਾਣੀ ਗੁਰੂਆਂ ਤੋਂ ਆਈ ਆ, ਉਹਨਾਂ ਨਾਲੋਂ ਬਾਣੀ ਦੀ ਮਹੱਤਤਾ ਨੂੰ ਅਸੀਂ ਜ਼ਿਆਦਾ ਜਾਣ ਨਹੀਂ ਸਕਦੇ, ਜਾਂ ਇਹੋ ਜਿਹੇ ਜਿਹੜੇ ਲੇਖਕ ਆ ਇਹ ਜ਼ਿਆਦਾ ਨਹੀਂ ਜਾਣ ਸਕਦੇ। ਹੁਣ ਗੁਰੂ ਸਾਹਿਬ ਜਿਹੜੇ ਆ ਬਜਾਏ ਇਸਦੇ ਉਹ ਬਕਾਇਦਾ ਬੜੀ ਬਿਉਂਤਬੰਦੀ ਨਾਲ ਕੋਈ ਸਿੰਘ ਜਿਹੜੇ ਆ ਉਹ ਦਰਵਾਜ਼ੇ ਦੇ ਖੜੇ ਕਰਦੇ ਆ, ਕੋਈ ਵੱਖੋ ਵੱਖਰੀ ਥਾਵਾਂ ਤੇ ਖੜੇ ਕਰਦੇ ਆ, ਆਪ ਮੁੰਡੀ ਦੇ ਉੱਪਰ ਬੈਠਦੇ ਆ, ਫਿਰ ਸਿੰਘ ਵਾਰ-ਵਾਰ ਜਿਹੜੇ ਜਾਂਦੇ ਆ ਮਹਾਰਾਜ ਉਹਨਾਂ ਨੂੰ ਉਸ ਸਮੇਂ ਇਹ ਨਹੀਂ ਕਹਿੰਦੇ ਕਿ ਭਾਈ ਇਸ ਸ਼ਬਦ ਦਾ ਪਾਠ ਕਰਦੇ ਜਾਇਓ, ਜਾਂ ਮਹਾਰਾਜ ਆਪ ਪਾਠ ਕਰਨ ਬਹਿ ਗਏ, ਜਾਂ ਸਿੱਖਾਂ ਨੂੰ ਆਖਿਆ ਕਿ ਭਾਈ ਆਹ ਸ਼ਬਦ ਦਾ ਪਾਠ ਕਰੋ ਤਾਂ ਕਿ ਜਿਹੜੇ ਸਿੰਘ ਬਾਹਰ ਗਏ ਆ, ਗੜੀ ਚੋਂ ਬਾਹਰ ਨਿਕਲੇ ਆ, ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ। ਨਹੀਂ, ਉਹ ਬੜੀ ਸੁਰਬੀਰਤਾ ਨਾਲ ਜਿਸ ਜਜ਼ਬੇ ਨਾਲ ਲੜਦੇ ਆ, ਉਹ ਆਪਣੀ ਮਿਸਾਲ ਆਪ ਆ। ਉਹ ਲੜਦਿਆਂ ਹੋਇਆਂ ਸ਼ਹੀਦੀਆਂ ਪਾਉਂਦੇ ਆ। 5 ਪਿਆਰਿਆਂ ਵਿੱਚੋਂ 3 ਪਿਆਰੇ ਇੱਥੇ ਸ਼ਹੀਦ ਹੁੰਦੇ ਆ। ਗੁਰੂ ਮਹਾਰਾਜ ਦੇ ਨਾਲ ਉਹਨਾਂ ਦੇ 2 ਵੱਡੇ ਸਾਹਿਬਜ਼ਾਦੇ ਨਾਲ ਆ, ਉਹ ਵੀ ਵਾਰੋ ਵਾਰੀ ਜਦੋਂ ਬਾਹਰ ਜਾਂਦੇ ਆ ਲੜਦੇ ਆ, ਸ਼ਹੀਦ ਹੁੰਦੇ ਆ। ਇਹ ਸਾਡਾ ਇਤਿਹਾਸਕ ਸੱਚ ਆ। ਜੇਕਰ ਜੋ ਕੁਝ ਲੇਖਕ ਜੀ ਇਸ ਸ਼ਬਦ ਬਾਰੇ ਕਹਿ ਰਹੇ ਆ ਇਹਦੇ ਵਿੱਚ ਰੰਚ ਮਾਤਰ ਵੀ ਸੱਚਾਈ ਹੁੰਦੀ ਤਾਂ ਸਾਨੂੰ ਇਹ ਕੁਝ ਇਤਿਹਾਸ ਵਿੱਚੋਂ ਪੜ੍ਹਨ ਸੁਣਨ ਨੂੰ ਨਾ ਮਿਲਦਾ। ਫਿਰ ਦੇਖੋ ਗੁਰੂ ਸਾਹਿਬ ਜਦੋਂ ਸਾਬੋ ਕੀ ਤਲਵੰਡੀ ਪਹੁੰਚਦੇ ਆ, ਭਾਵੇਂ ਸਾਡੇ ਇਤਿਹਾਸ ਵਿੱਚ ਬੜੀ ਰਲਗੱਡ ਆ, ਪਰ ਫਿਰ ਵੀ ਸਾਨੂੰ ਕੋਈ ਝਲਕੀਆਂ ਮਿਲਦੀਆਂ। ਜੇ ਅਸੀਂ ਇਸ ਵਿਸ਼ੇ ਨੂੰ ਇਸ ਰੂਪ ਵਿੱਚ ਨਾ ਵੀ ਵਿਚਾਰੀਏ ਤਾਂ ਜੋ ਆ ਪ੍ਰਚਲਿਤ ਜਿਹੜੀ ਇਸ ਸੰਬੰਧੀ ਪ੍ਰਸੰਗ ਆ, ਅਸੀਂ ਉਸ ਤੱਕ ਹੀ ਸੀਮਿਤ ਰਹੀਏ ਕਿ ਡੱਲਾ ਚੌਧਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਾਰ-ਵਾਰ ਇਹ ਗੱਲ ਚੇਤੇ ਕਰਾਉਂਦਾ ਕਿ ਮਹਾਰਾਜ ਤੁਸੀਂ ਮੈਨੂੰ ਯਾਦ ਕਰਦੇ, ਅਨੰਦਪੁਰ ਦੀ ਜਦੋਂ ਜੰਗ ਹੋਈ ਆ, ਘੇਰਾ ਪਿਆ, ਤਾਂ ਮੈਂ ਵੀ ਆਪਣੇ ਸਾਥੀ ਜਿਹੜੇ ਆ, ਜਵਾਨ ਜਿਹੜੇ, ਇਹਨਾਂ ਨਾਲ ਤੁਹਾਡੀ ਸਹਾਇਤਾ ਲਈ ਪਹੁੰਚਦਾ, ਔਰ ਮੈਂ ਆਪਣੇ ਜਦੋਂ ਸਾਥੀਆਂ ਨਾਲ ਪਹੁੰਚਦਾ ਤਾਂ ਇਹ ਜੋ ਕੋਈ ਦੇਖਣਾ ਪਿਆ, ਜੋ ਕੋਈ ਵਾਪਰਿਆ ਤਾਂ ਇਹ ਨਾ ਵਾਪਰਦਾ। ਤੋ ਗੱਲ ਕੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕੌਤਕ ਵਰਤਾਉਂਦੇ ਆ, ਜਦੋਂ ਇੱਕ ਲਾਹੌਰੋਂ ਸੰਗਤਾਂ ਆਉਂਦੀਆਂ, ਉਹਨਾਂ 'ਚ ਇੱਕ ਸਿੱਖ ਆਉਂਦਾ, ਦੁਨਾਲੀ ਬੰਦੂਕ ਮਹਾਰਾਜ ਨੂੰ ਭੇਟ ਕਰਦਾ, ਤਾਂ ਮਹਾਰਾਜ ਦਿੱਲੇ ਨੂੰ ਕਹਿੰਦੇ, ਦਿੱਲੇ ਦਾ ਆਪਣੇ ਕਿਸੇ ਜਵਾਨ ਨੂੰ ਆਵਾਜ਼ ਮਾਰੀ ਤਾਂ ਕਿ ਅਸੀਂ ਇਹ ਬੰਦੂਕ ਦੀ ਪਰਖ ਕਰੀਏ ਵੀ ਇਹਦੀ ਗੋਲੀ ਦੀ ਕਿੰਨੀ ਕੁ ਮਾਰ ਆ। ਆਪਾਂ ਸਾਡੇ ਦਰਸ਼ਕਾਂ ਨੇ ਵੀ ਕਈ ਵਾਰਾਂ ਇਸ ਪ੍ਰਸੰਗ ਨੂੰ ਪੜ੍ਹਿਆ ਸੁਣਿਆ, ਆਪਾਂ ਜ਼ਿਆਦਾ ਇਹਨੂੰ ਜਿਹੜਾ ਵਿਸਤਾਰ ਵਿੱਚ ਜਾਣ ਦੀ ਬਜਾਏ ਕਿ ਜਿਹੜਾ ਪੱਖ ਰੱਖਣਾ ਚਾਹੁੰਦੇ ਆ ਉਸ ਵੱਲ ਹੀ ਆਈਏ ਕਿ ਗੱਲ ਕਿ ਡੱਲੇ ਦਾ ਕੋਈ ਜਵਾਨ ਵੀ ਤਿਆਰ ਨਹੀਂ ਹੁੰਦਾ। ਉਹ ਕਹਿੰਦੇ ਵੀ ਲੜਾਈ ਵਿੱਚ ਮੈਦਾਨੇ ਜੰਗ ਲੜਨਾ ਕੁਝ ਹੋਰ ਗੱਲ ਆ, ਪਰ ਇੰਝ ਜਾ ਕੇ ਗੋਲੀ ਬੰਦੂਕ ਪਰਖਣ ਲਈ ਆਪਣਾ ਸੀਨਾ ਅੱਗੇ ਕਰਨਾ ਇਹ ਕੋਈ ਸਿਆਣਪ ਨਹੀਂ। ਗੱਲ ਕੀ ਉਹ ਨਿੰਮ ਚੁਣਾ ਹੋਇਆ ਜਦੋਂ ਵਾਪਸ ਆਉਂਦਾ, ਮਹਾਰਾਜ ਇੱਕ ਲਾਗੇ ਬੈਠੇ ਉਹਨੂੰ ਕਹਿੰਦੇ ਆ ਕਿ ਉਹ ਜਿਹੜੇ ਸਿੱਖ ਹੈਗੇ ਆ ਤੰਬੂ ਵਿੱਚ, ਖੇਮੇ ਵਿੱਚ, ਉਹ ਦਸਤਾਰ ਸਜਾ ਰਹੇ ਹੁੰਦੇ ਆ, ਜਾਂ ਉਹਨਾਂ ਨੂੰ ਆਵਾਜ਼ ਮਾਰ। ਪਰ ਨਾਲ ਕਹਿੰਦੇ ਆ ਕਿ ਕਿਸੇ ਦਾ ਨਾਂ ਨਹੀਂ ਲੈਣਾ, ਪਰ ਇੰਨਾ ਹੀ ਆਖਣਾ ਕਿ ਤੁਹਾਨੂੰ ਬੁਲਾ ਰਿਹਾ ਮੈਂ। ਉਹ ਵੀ ਦੱਸ ਦੇਣਾ ਕਿ ਬੁਲਾ ਕਾਹਦੇ ਲਈ ਰਿਹਾ, ਬੁਲਾ ਇਸ ਲਈ ਰਿਹਾ ਕਿ ਮੈਂ ਬੰਦੂਕ ਪਰਖਣੀ ਆ, ਗੋਲੀ ਮਾਰ ਕੇ ਦੇਖਣੀ ਆ। ਜਦੋਂ ਜਿਹਨੂੰ ਆਖਿਆ ਗਿਆ ਉਹਨੇ ਸੁਨੇਹਾ ਦਿੱਤਾ, ਇਤਿਹਾਸ ਕਹਿੰਦਾ ਕਿ ਉਹ ਦਸਤਾਰ ਅਜੇ ਪੂਰੀ ਸਜਾਈ ਨਹੀਂ ਹੋਈ, ਅਜੇ ਅੱਧੀ ਕੁ ਦਸਤਾਰ ਉਹਨਾਂ ਦੇ ਸਿਰਾਂ ਤੇ, ਅੱਧੀ ਉਹਨਾਂ ਦੇ ਹੱਥਾਂ ਵਿੱਚ ਆ, ਤਾਂ ਉਦਾਂ ਹੀ ਦੌੜੇ, ਦੋਵੇਂ ਭੱਜੇ ਆਉਂਦੇ ਆ। ਆਵਾਜ਼ ਇੱਕ ਨੂੰ ਮਾਰੀ ਆ ਪਰ ਦੋਵੇਂ ਭੱਜੇ ਆਉਂਦੇ ਆ, ਅਤੇ ਆ ਕੇ ਉਹਨਾਂ ਦਾ ਆਪਸ ਵਿੱਚ ਝਗੜਾ ਸ਼ੁਰੂ ਹੋ ਜਾਂਦਾ। ਇਹ ਕਹਿੰਦਾ ਕਿ ਮੈਂ ਆਪਣੇ ਸੀਨੇ ਤੇ ਗੋਲੀ ਖਾਊਂਗਾ, ਮਹਾਰਾਜ ਮੇਰੇ ਤੇ ਗੋਲੀ ਮਾਰ, ਸੀਨੇ ਗੋਲੀ ਮਾਰ ਕੇ ਪਰਖਣ। ਦੂਜਾ ਕਹਿੰਦਾ ਨਹੀਂ, ਮੇਰੇ ਤੇ ਮਾਰ ਕੇ ਦੇਖਣ। ਜਦੋਂ ਮਹਾਰਾਜ ਪੁੱਛਦੇ ਆ ਕਿ ਭਾਈ ਤੁਹਾਨੂੰ ਤਾਂ ਇੱਕ ਨੂੰ ਆਵਾਜ਼ ਮਾਰੀ ਸੀ, ਬੁਲਾਇਆ, ਤੁਮ ਦੋਵੇਂ ਆ ਗਏ ਜੇ, ਲੜਦੇ ਕਿਉਂ ਜੇ?
ਉਹ ਦੱਸਦੇ ਕਹਿੰਦੇ ਮਹਾਰਾਜ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਸੀਨੇ ਤੇ ਗੋਲੀ ਮਾਰ ਕੇ ਪਰਖੋ। ਇਹ ਕਹਿੰਦਾ ਨਹੀਂ, ਮੇਰੇ ਸੀਨੇ ਤੇ ਗੁਰੂ ਮਹਾਰਾਜ ਗੋਲੀ ਮਾਰ ਕੇ ਪਰਖਣ। ਮਹਾਰਾਜ ਕਹਿੰਦੇ ਦੋਵੇਂ ਖੜੇ ਹੋ ਜਾਓ। ਮਹਾਰਾਜ ਆਖਿਆ ਗੋਲੀ ਬੰਦੂਕ ਜਿਹੜੀ ਆ ਚਲਾਉਂਦੇ ਉੱਪਰੋਂ ਉਸ ਨਾਲ ਗੋਲੀ ਲਗਾ ਦਿੰਦੇ ਆ। ਇੱਕ ਪਰਖੀ ਕਰਨੀ ਸੀ, ਦੇਖਣਾ ਸੀ, ਦੱਸਣਾ ਸੀਗਾ। ਉਹ ਡੱਲੂ ਨੂੰ ਕਹਿੰਦੇ ਡੱਲੇ ਦੇਖ, ਇਹੋ ਜਿਹੇ ਜਿਹੜੇ ਖਾਲਸੇ ਜਿਹਨੂੰ ਮੇਰੇ ਤੇ ਇੰਨਾ ਵਿਸ਼ਵਾਸ ਆ, ਮੇਰੇ ਇੱਕ ਇਸ਼ਾਰੇ ਤੇ ਇਹ ਸਵਾਲ ਨਹੀਂ ਕਰਦੇ, ਕੋਈ ਕਿੰਤੂ ਪਰੰਤੂ ਨਹੀਂ ਕਰਦੇ, ਇਹ ਆਪਣਾ ਨਿਸ਼ਾਵਰ ਕਰਨ ਲਈ ਤਿਆਰ ਆ। ਔਰ ਜਿਹੜੇ ਇਹ ਵਾਹਿਗੁਰੂ ਦਾ ਖਾਲਸਾ ਔਰ ਇਹ ਜੋ ਪ੍ਰਾਪਤੀ ਆ ਵੀ ਵਾਹਿਗੁਰੂ ਦੀ ਮੰਨਣ ਵਾਲੇ ਆ, ਜੋ ਮੈਂ ਇਹਨਾਂ ਸਿੱਖਾਂ ਨੂੰ ਦ੍ਰਿੜ ਕਰਵਾਇਆ, ਇਸ ਲਈ ਇਹਨਾਂ ਅੰਦਰ ਆਪਣੇ ਤਨ ਦਾ ਕੋਈ ਮੋਹ ਨਹੀਂ। ਇਹ ਸਾਡੇ ਇਤਿਹਾਸ ਦੀ ਬੜੀ ਪ੍ਰਸਿੱਧ ਘਟਨਾ ਕਿ ਗੁਰੂ ਮਹਾਰਾਜ ਦੱਸ ਰਹੇ, ਉਹਨੂੰ ਇਹ ਨਹੀਂ ਕਹਿ ਰਹੇ ਕਿ ਡਲਿਆ ਕਿ ਇਹਨਾਂ ਸਿੱਖਾਂ ਨੂੰ ਮੈਂ ਆਹ ਪਾਠ ਦਿੱਤਾ ਹੋਇਆ ਕਿ ਆਹ ਪਾਠ ਕਰੋਗੇ ਤੁਹਾਡਾ ਕੋਈ ਗੋਲੀ ਵੀ ਅਸਰ ਨਹੀਂ ਕਰਨ ਲੱਗੀ। ਨਹੀਂ, ਜਦੋਂ ਕੋਈ ਤਲਵਾਰ ਚੱਲਦੀ ਆ, ਸਿੱਖ ਜ਼ਖਮੀ ਹੁੰਦੇ ਆ। ਗੁਰੂ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਵੀ ਜਦੋਂ ਦੱਖਣ ਵਿੱਚ ਪਠਾਨ ਜਿਹੜਾ ਉਹ ਵਾਰ ਕਰਦਾ, ਮਹਾਰਾਜ ਬਕਾਇਦਾ ਜ਼ਖਮੀ ਹੁੰਦੇ ਆ। ਮਹਾਰਾਜ ਨੂੰ ਜੇਕਰ ਇਹ ਗੱਲ ਹੁੰਦੀ ਜੋ ਕੁਝ ਲੇਖਕ ਜੀ ਲਿਖ ਰਹੇ ਆ, ਤਾਂ ਗੁਰੂ ਮਹਾਰਾਜ ਨੂੰ ਸ਼ਸਤਰ ਵਿਦਿਆ ਅਭਿਆਸ ਕਰਾਉਣ ਦੀ ਲੋੜ ਹੀ ਨਹੀਂ ਸੀ। ਫਿਰ ਇਹਨਾਂ ਨੁਕਸਾਨ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਸੀ। ਦੇਖੋ, ਅਸੀਂ ਇਹ ਗੱਲਾਂ ਨਹੀਂ ਵਿਚਾਰਦੇ ਕਿ ਸਾਡੇ ਸਾਹਮਣੇ ਆਪਣਾ ਗੌਰਵਮਈ ਇਤਿਹਾਸ ਆ। ਜੇ ਅਸੀਂ ਗੁਰੂ ਸਾਹਿਬ ਦੀ ਗੱਲ ਨਾ ਵੀ ਕਰੀਏ ਤਾਂ ਬਾਅਦ ਵਿੱਚ ਜਿਹੜੇ ਸਿੱਖ ਆ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਬਾਣੀ ਦੇ ਅਭਿਆਸੀ ਆ, ਬਾਣੀ ਦੇ ਪ੍ਰੇਮੀ ਆ। ਬਾਣੀ ਉਹਨਾਂ ਦੇ ਰੋਮ ਰੋਮ ਵਿੱਚ ਵਸੀ ਹੋਈ ਆ। ਕਿ ਅਸੀਂ ਛੋਟੇ ਜਾਂ ਵੱਡੇ ਘੱਲੂਘਾਰੇ ਦੀ ਗੱਲ ਕਰੀਏ, ਵੱਡੇ ਘੱਲੂਘਾਰੇ 'ਚ ਕਹਿੰਦੇ ਕਿ ਸਾਡੀ ਘੱਟੋ ਘੱਟ ਜਿਹੜੀ ਆ ਉਹ ਕੌਮ ਦਾ ਬਹੁਤ ਜ਼ਿਆਦਾ ਜਿਹੜਾ ਉਹ ਜਾਨੀ ਮਾਲੀ ਨੁਕਸਾਨ ਤੇ ਹੋਇਆ ਹੀ ਹੋਇਆ, ਜਾਨੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ। ਉਹ ਕਈ ਤਾਂ ਇੱਥੋਂ ਤੱਕ ਲਿਖਦੇ ਆ ਕਿ ਅੱਧੀ ਕੌਮ ਜਿਹੜੀ ਆ ਉਸ ਦਿਨ ਇੱਕੋ ਦਿਨ ਜਿਹੜੀ ਆ ਉਹ ਮਾਰੀ ਗਈ। ਤਾਂ ਜੇਕਰ ਇਹ ਗੱਲ ਹੁੰਦੀ ਤਾਂ ਸਿੱਖ ਬਜਾਏ ਦੁਸ਼ਮਣਾਂ ਲੋਹਾ ਲੈਣ ਦੇ ਉਹ ਇੱਕ ਪਾਸੇ ਹੋ ਕੇ ਬੈਠ ਕੇ ਪਾਠ ਕਰਨ ਲੱਗ ਪੈਂਦੇ, ਬੜਾ ਸੌਖਾ ਕੰਮ ਸੀਗਾ। ਇਹ ਦੇਖੋ, ਹਿੰਦੂ ਵੀਰਾਂ ਵਿੱਚ ਵੀ ਇੱਕ ਬਕਾਇਦਾ ਸਰੋਵਰ ਹੈਗਾ ਕਪਾਲ ਮੋਚਨ ਦੇ ਨੇੜੇ, ਉਹਦਾ ਰਿੰਨ ਮੋਚਨ ਨਾਂ ਹੈਗਾ। ਉਹਨਾਂ ਦਾ ਵਿਸ਼ਵਾਸ ਆ ਕਿ ਜਿਹੜਾ ਇੱਥੇ ਆ ਕੇ ਨਹਾ ਲਊਗਾ ਉਹ ਜਿਹੜਾ ਉਹਨਾਂ ਦਾ ਵੱਖਰੀ ਭਾਵਨਾ ਉਹਨਾਂ ਦੀ। ਪਰ ਸਾਡੇ ਵੀ ਜਿਹੜੇ ਇਹੋ ਜਿਹੇ ਵਿਸ਼ਵਾਸ ਆ, ਇਹੋ ਜਿਹੀਆਂ ਧਾਰਨਾਵਾਂ, ਇਹਨਾਂ ਦਾ ਕੋਈ ਥਾਂ ਨਹੀਂ। ਜਿਹੜੀ ਸ਼ਬਦ ਦੀ ਗੱਲ ਆ ਕਿ ਸ਼ਬਦ ਵਿਧੀ ਅਨੁਸਾਰ ਉਹਨਾਂ ਲੋਕਾਂ ਦਾ ਖਿਆਲ ਜਦੋਂ ਦੱਸਦੇ ਆ, ਜੇਕਰ ਕਿਸੇ ਦਾ ਕੰਮ ਨਾ ਬਣੇ ਤਾਂ ਫਿਰ ਸੌਖਾ ਜਿਹਾ ਇਲਾਜ ਆ, ਤਰਕ ਆ ਕਿ ਤੁਸੀਂ ਵਿਧੀ ਨਾਲ ਨਹੀਂ ਕੀਤਾ ਹੋਣਾ, ਜਾਂ ਤੁਹਾਡੀ ਸ਼ਰਧਾ ਵਿੱਚ ਕਮੀ ਰਹਿ ਗਈ ਹੋਣੀ ਆ। ਦੂਜੀ ਗੱਲ ਇਹ ਹੈ ਕਿ 41 ਦਿਨ ਜਿਹੜਾ ਉਹ ਜੰਗ ਪੇ ਕੋਈ ਸੰਭਾਵਨਾ ਹੈਗੀ ਵੀ 41 ਦਿਨ ਜੰਗ ਲੱਗੀ ਰਹੂਗੀ, ਜਾਂ ਅੱਜ ਕੱਲ ਤਾਂ ਬਹੁਤ ਛੋਟੀਆਂ ਹੁੰਦੀਆਂ ਵੈਸੇ ਹੀ ਜੰਗਾਂ। ਜਿਹੜੀ ਇਹ ਗੱਲ ਜਿਹੜੀ ਆ, ਮੈਂ ਜਿਹੜੀਆਂ ਕਈ ਤਰਕ ਦਿੰਦੇ ਆ ਵੀਰ ਭੈਣ ਕੇ ਜੀ ਆਖਰ ਗੁਰਬਾਣੀ ਪੜ੍ਹਦੇ ਆ। ਦੇਖੋ, ਗੁਰਬਾਣੀ ਸਿੱਖ ਨੂੰ ਤੇ ਬਾਣੀ ਦਾ ਆਸਰਾ ਤੇ ਬਾਣੀ ਦਾ ਹੀ ਆ, ਇਹਦੇ ਵਿੱਚ ਕੋਈ ਸ਼ੱਕ ਹੈ ਨਹੀਂ। ਬਾਣੀ ਜੇ ਪੜ੍ਹ ਕੇ ਸਾਨੂੰ ਵਾਹਿਗੁਰੂ ਦੀ ਰਜ਼ਾ ਦਾ, ਉਹਦੇ ਹੁਕਮ ਦਾ ਸਾਨੂੰ ਪਤਾ ਚੱਲਦਾ ਤਾਂ ਬਿਲਕੁਲ ਬਾਣੀ ਦਾ ਆਸਰਾ ਲੈਣਾ ਬਹੁਤ ਜ਼ਰੂਰੀ ਆ। ਪਰ ਜੋ ਕੁਝ ਸਾਨੂੰ ਦੱਸਿਆ ਜਾ ਰਿਹਾ ਇਹਦੇ ਨਾਲ ਸਾਡਾ ਵਿਸ਼ਵਾਸ ਪ੍ਰਪੱਕ ਨਹੀਂ ਹੁੰਦਾ, ਬਲਕਿ ਸਾਡਾ ਵਿਸ਼ਵਾਸ ਕਮਜ਼ੋਰ ਪੈਂਦਾ। ਇਹਦੇ ਨਾਲ ਅਸੀਂ ਮਜ਼ਬੂਤ ਨਹੀਂ ਹੁੰਦੇ, ਇਹਦੇ ਨਾਲ ਅਸੀਂ ਰੱਬ ਦੀ ਰਜ਼ਾ ਨੂੰ ਸਮਝਣ ਵਿੱਚ ਸਮਰੱਥ ਨਹੀਂ ਹੁੰਦੇ, ਬਲਕਿ ਅਸੀਂ ਕਮਜ਼ੋਰ ਪੈ ਜਾਂਦੇ ਹਾਂ। ਸਾਡੇ ਅੰਦਰ ਉਹ ਜਿਹੜੀ ਪ੍ਰਪੱਕਤਾ ਜਿਹੜੀ ਆ, ਉਹ ਜਿਹੜੀ ਅਡੋਲਤਾ, ਦ੍ਰਿੜਤਾ, ਉਹ ਜਿਹੜੀ ਆ ਉਹ ਆਉਣ ਦੀ ਬਜਾਏ ਅਸੀਂ ਹੋਰ ਢਹਿੰਦੀਆਂ ਕਲਾਂ ਦਾ ਸ਼ਿਕਾਰ ਹੁੰਦੇ ਹਾਂ। ਜੇਕਰ ਐਸਾ ਨਾ ਹੋਵੇ, ਜੋ ਅਸੀਂ ਸੋਚ ਕੇ ਐਸਾ ਕਰ ਰਹੇ ਹਾਂ, ਤਾਂ ਫਿਰ ਕੀ ਆ, ਸਾਡਾ ਵਿਸ਼ਵਾਸ ਵੀ ਡਗਮਗਾ ਜਾਂਦਾ। ਸਾਡੇ ਵੀ ਐਸੇ ਬਹੁਤ ਸਾਰੇ ਪ੍ਰਾਣੀ ਤੁਹਾਨੂੰ ਮਿਲਣਗੇ ਕਿ ਜਿਨ੍ਹਾਂ ਕਹਿੰਦੇ ਸਾਡਾ ਬੜਾ ਵਿਸ਼ਵਾਸ ਸੀਗਾ ਜੀ, ਕਿ ਬਾਣੀ ਬਾਰੇ ਕਹਿੰਦੇ ਸੀ ਬਾਣੀ ਦਾ ਪੜ੍ਹਾਂਗੇ ਤਾਂ ਆਹ ਹੋਊਗਾ, ਉਹ ਹੋ ਜਾਊਗਾ, ਪਰ ਅਸੀਂ ਤਾਂ ਬੜਾ ਕੀਤਾ, ਕੁਝ ਵੀ ਨਹੀਂ ਹੋਇਆ। ਸਿੱਟੇ ਵਜੋਂ ਕੀ ਆ ਕਿ ਉਹਨਾਂ ਨੇ ਬਾਣੀ ਪੜ੍ਹਨੀ ਛੱਡ ਦਿੱਤੀ, ਕਹਿੰਦੇ ਸਾਡਾ ਵਿਸ਼ਵਾਸ ਹੀ ਉੱਡ ਗਿਆ ਜੀ। ਮੈਨੂੰ ਯਾਦ ਆ ਇੱਕ ਬੀਬੀ, ਉਹਨਾਂ ਦੇ ਘਰ ਵਾਲਾ ਬਿਮਾਰ ਸੀ, ਤਾਂ ਕਿਸੇ ਨੇ ਇਹੋ ਜਿਹੀ ਪੁਸਤਕ ਪੜ੍ਹ ਕੇ ਉਹਨੂੰ ਦੱਸ ਦਿੱਤਾ ਕਿ ਬੀਬੀ ਤੂੰ ਗੁਰਦੁਆਰੇ ਜਾ ਕੇ ਅਰਦਾਸ ਕਰਾਇਆ ਕਰ, ਨਾਲ ਬੈਠ ਕੇ ਆ ਪਾਠ ਕਰਿਆ ਕਰ ਤਾਂ ਠੀਕ ਹੋ ਜਾਊਗਾ। ਤਾਂ ਉਹ ਵਿਚਾਰੀ ਸੁਣ ਕੇ ਕਰਦੀ ਰਹੀ ਆ ਕੇ। ਤਾਂ ਗੁਰਦੁਆਰੇ ਤੇ ਖੈਰ ਆਉਣਾ ਚਾਹੀਦਾ, ਬੰਦੇ ਨੂੰ ਮਨੋਬਲ ਮਿਲਦਾ, ਪਰ ਉਹ ਇਸ ਖਿਆਲ ਨਾਲ ਆਉਂਦੀ ਸੀ
तो होया कि ਉਹ ਪਤੀ ਉਹਦਾ ਠੀਕ ਤਾਂ ਨਾ ਹੋਇਆ, ਉਹ ਚੜਾਈ ਕਰ ਗਿਆ। ਮੈਂ ਉਦੋਂ ਇੰਡੀਆ ਗਿਆ ਹੋਇਆ ਸੀ, ਮੈਂ ਆਇਆ, ਮੈਂ ਘਰ ਉਹਨੂੰ ਕਈ ਵਾਰ ਸ਼ਬਦ ਭੇਜਦਾ ਹੁੰਦਾ ਸੀਗਾ, ਤੇ ਉਹਦਾ ਇੱਕਦਮ ਮੈਸੇਜ ਆ ਗਿਆ, ਕਹਿੰਦਾ ਜੀ ਵੀਰ ਜੀ ਤੁਸੀਂ ਨਾ ਭੇਜਿਆ ਕਰੋ, ਮੇਰਾ ਬਾਣੀ 'ਚ ਬੜਾ ਵਿਸ਼ਵਾਸ ਸੀਗਾ, ਮੈਂ ਬੜੀਆਂ ਅਰਦਾਸਾਂ ਕਰਾਈਆਂ, ਸ਼ਬਦ ਵੀ ਦਿੱਤਾ ਸੀ, ਸ਼ਬਦ ਵੀ ਪੜ੍ਹਿਆ, ਪਰ ਮੇਰੇ ਘਰ ਵਾਲੀ ਦੀ ਫਿਰ ਵੀ ਮੌਤ ਹੋ ਗਈ। ਹੁਣ ਮੇਰਾ ਜਿਹੜਾ ਵਿਸ਼ਵਾਸ ਜਿਹੜਾ ਇਹਨਾਂ ਚੀਜ਼ਾਂ ਤੋਂ ਉੱਠ ਗਿਆ ਆ, ਹੁਣ ਮੈਂ ਗੁਰਦੁਆਰੇ ਵੀ ਨਹੀਂ ਜਾਂਦੀ, ਨਾ ਮੈਂ ਬਾਣੀ ਪੜ੍ਹਦੀ ਹਾਂ, ਨਾ ਮੈਂ ਸੁਣਦੀ ਹਾਂ, ਕਿਉਂਕਿ ਮੈਨੂੰ ਇਹ ਗੱਲ ਸਮਝ ਆਏ ਕਿ ਨਹੀਂ, ਇਹ ਸਭ ਕੁਝ ਜਿਵੇਂ ਜਿਹੜੀਆਂ ਬਣਾਈਆਂ ਹੋਈਆਂ ਗੱਲਾਂ, ਇਹਦਾ ਵੀ ਕੋਈ ਰੰਤ ਮਾਤਰ ਵੀ ਸੱਚਾਈ ਨਹੀਂ। ਜੇਕਰ ਉਹ ਭੈਣ ਜੀ ਬਾਣੀ ਇਸ ਖਿਆਲ ਨਾਲ ਪੜ੍ਹਦੀ, ਗੁਰਦੁਆਰੇ ਆਉਂਦੀ ਕਿ ਇੱਥੋਂ ਆ ਕੇ ਗੁਰੂ ਕੋਲ ਅਸੀਂ ਉਹਦੇ ਹੁਕਮ ਨੂੰ ਸਮਝਣਾ ਕਿ ਜੋ ਵਿਧਾਨ ਆ ਜਾਂ ਸਿਸਟਮ ਆ, ਤਾਂ ਫਿਰ ਉਹ ਭਾਣਾ ਵਾਪਰਦਾ ਜੇ ਹੁੰਦਾ ਤੇ ਉਹ ਡਾਵਾਂਡੋਲ ਨਹੀਂ ਸੀ ਹੋਣੀ, ਉਹਦੀ ਇਹ ਢਹਿੰਦੀ ਗੱਲਾਂ ਦਾ ਸ਼ਿਕਾਰ ਨਹੀਂ ਸੀ ਹੋਣੀ। ਉਹਦਾ ਜਿਹੜਾ ਵਿਸ਼ਵਾਸ ਆ ਉਹ ਇੰਜ ਟੁੱਟਣਾ ਨਹੀਂ ਸੀਗਾ, ਬਲਕਿ ਹੋਰ ਪਰਪੱਕ ਹੋਣਾ ਸੀ, ਉਹਨਾਂ ਹੋਰ ਜੁੜਨਾ ਸੀਗਾ। ਉਹਨੂੰ ਸਮਝ ਆਉਣੀ ਸੀ ਕਿ ਬਾਣੀ ਵਿੱਚੋਂ ਮੈਨੂੰ ਤਾਕਤ ਮਿਲੂਗੀ, ਸ਼ਕਤੀ ਮਿਲੂਗੀ, ਬਾਣੀ ਵਿੱਚ ਮੈਂ ਸਕਾਰਾਤਮਕ ਜਿਹੜੀ ਭਾਵਨਾ ਉਹ ਮੇਰੇ ਅੰਦਰ ਉਜਾਗਰ ਹੋਊਗੀ। ਤੋ ਇਸ ਲਈ ਜਿਹੜੇ ਵੀਰ ਭੈਣੇ ਤਰਕ ਦਿੰਦੇ ਆ ਕਿ ਜੀ ਬਾਣੀ ਪੜ੍ਹਨੀ ਮਾੜੀ ਗੱਲ ਨਹੀਂ, ਗੱਲ ਬਾਣੀ ਤਾਂ ਪੜ੍ਹਨੀ ਕੋਈ ਮਾੜੀ ਗੱਲ ਨਹੀਂ, ਪਰ ਜਦੋਂ ਅਸੀਂ ਇਹੋ ਜਿਹੀ ਸੋਚ, ਇਹੋ ਜਿਹੀ ਧਾਰਨਾ, ਇਹੋ ਜਿਹੀ ਮਨੋਤ ਨਾਲ ਪੜ੍ਹਾਂਗੇ ਤਾਂ ਜੇ ਕੋਈ ਸਮੂਥ ਗੱਲ ਹੋ ਰਹੀ ਆ ਤਾਂ ਫਿਰ ਤਾਂ ਸਾਡਾ ਵਿਸ਼ਵਾਸ ਬਣਿਆ ਰਹੂਗਾ। ਪਰ ਜਿਸ ਦਿਨ ਜੋ ਅਸੀਂ ਸੋਚ ਕੇ, ਜੋ ਮੰਨ ਕੇ ਅਸੀਂ ਇਹ ਪੜ੍ਹ ਰਹੇ ਹਾਂ ਜਾਂ ਸੁਣ ਰਹੇ ਹਾਂ ਜਾਂ ਕਰ ਰਹੇ ਹਾਂ, ਉਹ ਨਹੀਂ ਹੋਊਗਾ, ਉਦੋਂ ਹੀ ਸਾਡਾ ਵਿਸ਼ਵਾਸ ਟੁੱਟ ਜਾਊਗਾ, ਸਾਡੀ ਸ਼ਰਧਾ ਭੰਗ ਹੋ ਜਾਊਗੀ। ਹੁਣ ਅਸੀਂ ਸ਼ਬਦ ਵੱਲ ਆਉਂਦੇ ਹਾਂ ਕਿ ਜਿਹੜਾ ਸ਼ਬਦ ਵਿੱਚ ਅਸਲ ਵਿੱਚ ਜਿਹੜਾ ਸ਼ਬਦ ਬਾਰੇ ਆਖਿਆ, ਸ਼ਬਦ ਵਿੱਚ ਮਹਾਰਾਜ ਕੀ ਕਹਿੰਦੇ ਆ ਕਿ ਦੇਖੋ ਇਹ ਸ਼ਬਦ ਜਿਹੜਾ ਜਿਵੇਂ ਮੈਂ ਦੱਸਿਆ ਹੀ ਹੈ ਕਿ ਇਹ ਸ਼ਬਦ ਬਿਲਾਵਲ ਰਾਗ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਬਦ ਆ ਕਿ ਤਾਤੀ ਵਾਵ ਨਾ ਲੱਗੀ ਪਾਰ ਬ੍ਰਹਮ ਸ਼ਰਨ ਆਈ, ਚੌਗਿਰਦ ਹਮਾਰਾ ਰਾਮ ਕਰ ਦੁਖ ਲੱਗੈ ਨਾ ਭਾਈ, ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖੋ ਦੀਆ ਇਹ ਕਾਲਿਬ ਲਾਈ। ਇਹ ਰਹਾਉ ਦੀਆਂ ਪੰਕਤੀਆਂ ਫਿਰ ਅਖੀਰ ਵਿੱਚ ਆਖਦੇ ਆ, ਰਾਖ ਲਈਏ ਤਿਨ ਰਖਨਹਾਰ ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ। ਹੁਣ ਇਹਨਾਂ ਦਾ ਜਿਹੜਾ ਅਖਰੀ ਅਰਥ ਭਾਵ ਅਰਥ ਜਿਹੜਾ ਅਸੀਂ ਦਰਸ਼ਕਾਂ ਨਾਲ ਸਾਂਝਾ ਕਰੀਏ ਤਾਂ ਕਿ ਦਰਸ਼ਕ ਖੁਦ ਇਸ ਚੀਜ਼ ਨੂੰ ਵਿਚਾਰਨ, ਸੋਚਣ ਕਿ ਸ਼ਬਦ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਆ, ਔਰ ਐਸੇ ਲੋਕ ਜਿਹੜੇ ਸਾਨੂੰ ਉਹ ਇਹਨਾਂ ਸ਼ਬਦਾਂ ਨੂੰ ਆਧਾਰ ਬਣਾ ਕੇ ਕੀ ਸਮਝਾਉਂਦੇ ਆ, ਕੀ ਕਰਨ ਲਈ ਕਹਿੰਦੇ ਆ। ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਤੋਂ ਅਸੀਂ ਪ੍ਰਾਰੰਭ ਕਰਦੇ ਹਾਂ। ਤੋ ਰਹਾਉ ਦੀਆਂ ਪੰਕਤੀਆਂ ਵਿੱਚ ਮਹਾਰਾਜ ਫਰਮਾ ਰਹੇ ਆ ਕਿ ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ। ਭੇਟਿਆ ਦਾ ਅਰਥ ਮਿਲਿਆ, ਪ੍ਰਾਪਤ ਹੋਇਆ, ਭਾਵ ਜੁੜਨ ਦਾ, ਮਿਲਣ ਦਾ ਮੌਕਾ ਮਿਲਿਆ। ਜਦੋਂ ਸਤਿਗੁਰੂ ਜਿਹੜਾ ਪੂਰਾ ਸਤਿਗੁਰੂ ਆ, ਮਹਾਰਾਜ ਕੇ ਅਧੂਰੇ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਅਧੂਰਾ ਤਾਂ ਸਰ ਸਬਜ ਵਾਗ ਵਿਖਾਊਗਾ। ਇਹ ਅਧੂਰਿਆਂ ਦੀਆਂ ਗੱਲਾਂ ਕਿ ਤੁਸੀਂ ਆਹ ਕਰੋਗੇ ਤੇ ਆਹ ਹੋ ਜਾਊਗਾ, ਪਰ ਜਿਹੜਾ ਪੂਰਾ ਉਹ ਤੁਹਾਨੂੰ ਹੁਕਮੀ ਕਾਰ ਸਮਝਾਉਂਦਾ। ਤੋ ਇਸ ਲਈ ਮਹਾਰਾਜ ਨਾਲ ਪੂਰਾ ਸ਼ਬਦ ਵਰਤਦੇ ਆ ਕਿ ਜਦੋਂ ਪੂਰਾ ਗੁਰੂ ਮਿਲਿਆ, ਪੂਰੇ ਗੁਰੂ ਦੇ ਚਰਨੀ ਭਾਵ ਉਹਦੀ ਸਿੱਖਿਆ ਨੂੰ ਸੁਣ ਕੇ, ਸਮਝ ਕੇ ਵਿਚਾਰਨ ਦਾ ਮੌਕਾ ਮਿਲਿਆ। ਕਿਹੜਾ ਗੁਰੂ? ਜਿਨ ਬਣਤ ਬਣਾਈ, ਜਿਹਨੇ ਇਹ ਵਿਉਂਤ ਬਣਾਈ ਹੋਈ ਆ ਕਿ ਸਾਡੇ ਅਗਿਆਨਤਾ ਦੂਰ ਕਿਵੇਂ ਹੋਣੀ ਆ, ਸਾਨੂੰ ਉਹ ਨਾਮ ਦੀ ਬਖਸ਼ਿਸ਼ ਕਰਦਾ, ਜਿਸ ਨਾਮ ਦੀ ਬਖਸ਼ਿਸ਼ ਨਾਲ ਸਾਡਾ ਇਹ ਅਗਿਆਨ ਦਾ ਅੰਧੇਰਾ ਦੂਰ ਹੁੰਦਾ, ਮਿਟਦਾ। ਤੋ ਮਹਾਰਾਜ ਕਹਿੰਦੇ ਜਦੋਂ ਇਹ ਜਿਹੜਾ ਐਸਾ ਸਤਿਗੁਰੂ ਸਾਨੂੰ ਮਿਲਦਾ ਤਾਂ ਰਾਮ ਨਾਮ ਔਖੁਦ ਦੀਆ, ਔਖੁਦ ਦਾ ਅਰਥ ਦਵਾਈ, ਔਸ਼ਧੀ। ਕਿ ਗੁਰੂ ਫਿਰ ਜਿਹੜਾ ਪੂਰਾ ਗੁਰੂ ਆ ਆਪਣੇ ਚਰਨੀ ਆਉਣ ਲੱਗ, ਆਪਣੇ ਪਾਸ ਆਪਣੀ ਸੰਗਤ ਕਰਨ ਵਾਲਿਆਂ ਨੂੰ ਕੀ ਦਿੰਦਾ? ਪ੍ਰਭੂ ਦੇ ਨਾਮ ਦੀ ਦਵਾਈ। ਰਾਮ ਨਾਮ ਔਖੁਦ ਦੀਆ ਇਹ ਕਾਲਿਬ ਲਾਈ, ਅਤੇ ਉਹ ਮੈਨੂੰ ਕੇਵਲ ਇੱਕ ਪ੍ਰਭੂ ਨਾਲ ਹੀ ਸੁਰਤ ਜੋੜੀ ਰੱਖਦਾ। ਪ੍ਰਭੂ ਨਾਲ ਸੁਰਤ ਜੋੜੀ ਰੱਖਣ ਦਾ ਭਾਵ ਕਿ ਗੁਰੂ ਕੋਲੋਂ ਇਸ ਔਖਦ ਨੂੰ ਲੈ ਕੇ, ਖਾ ਕੇ, ਵਰਤ ਕੇ, ਇੱਥੇ ਇਹ ਭਾਵ ਵੀ ਸਮਝਣ ਦੀ ਲੋੜ ਆ ਕਿ ਗੁਰੂ ਕੋਲੋਂ ਕੇਵਲ ਔਸ਼ਧੀ ਲੈਣਾ ਹੀ ਕਾਫੀ ਨਹੀਂ। ਭਾਵ ਇਹ ਹੈ ਕਿ ਗੁਰੂ ਨੇ ਦੱਸਿਆ ਕਿ ਇਹ ਔਖਦ ਹੈਗੀ ਆ, ਇਹ ਦਵਾਈ ਆ, ਇਸ ਦਵਾਈ ਨੂੰ ਵਰਤੋਗੇ, ਜੇ ਕੋ ਖਾਵੈ ਜੇ ਕੋ ਪੁੰਚੈ ਇਸ ਕਾ ਹੋਇ ਉਦਾਰ ਉਹਦਾ ਹੋਊਗਾ ਜਿਹੜਾ ਇਹਨੂੰ ਵਰਤੂਗਾ, ਜਿਹੜਾ ਕੇਵਲ ਮੱਥਾ ਟੇਕ ਦੇਵੇ, ਉਹਨੂੰ ਸਜਾ ਕੇ ਰੱਖ ਦੇਵੇ, ਲੈ ਆਵੇ ਪਰ ਉਹਨੂੰ ਵਰਤੇ ਨਾ,
ਈਵਨ ਸਧਾਰਨ ਦਵਾਈ ਵੀ ਜਿਹੜੀ ਆ ਸਰੀਰ ਦੇ ਰੋਗਾਂ ਲਈ ਅਸੀਂ ਡਾਕਟਰ ਕੋਲ ਜਾਈਏ, ਡਾਕਟਰ ਜਿਹੜਾ ਸਾਨੂੰ ਦਵਾਈ ਦੇ ਨਾਲ ਪਰਹੇਜ਼ ਦੱਸੇ ਭਾਈ ਆਹ ਪਰਹੇਜ਼ ਰੱਖ ਕੇ ਦਵਾਈ ਦੀ ਵਰਤੋਂ ਕਰਨਾ, ਅਸੀਂ ਸਮਝ ਵੀ ਲਈਏ, ਦਵਾਈ ਲੈ ਵੀ ਆਈਏ, ਪਰ ਖਾਈਏ ਨਾ, ਵਰਤੀਏ ਨਾ, ਤਾਂ ਕੇਵਲ ਲੈ ਕੇ ਘਰ ਰੱਖਣ ਨਾਲ, ਅਲਮਾਰੀ ਵਿੱਚ ਸਜਾਉਣ ਨਾਲ ਸਾਡੀ ਬਿਮਾਰੀ ਦੂਰ ਨਹੀਂ ਹੋਣ ਲੱਗੀ। ਉਹ ਇਸੇ ਤਰ੍ਹਾਂ ਜਿਹੜਾ ਗੁਰੂ ਨੇ ਜੋ ਉਪਦੇਸ਼ ਦਿੱਤਾ, ਇਸ ਉਪਦੇਸ਼ ਨੂੰ ਕਮਾਉਣ ਨਾਲ, ਇਸ ਨੂੰ ਮਹਾਰਾਜ ਕਹਿੰਦੇ ਏਕਾ ਲਿਵ ਲਾਈ, ਕਿ ਇੱਕ ਨਾੜੀ ਸੁਰਤ ਜੋੜੀ ਪਾਓ। ਗੁਰੂ ਦੇ ਦਿੱਤੇ ਉਪਦੇਸ਼ ਨੂੰ ਅਸੀਂ ਸੁਣਿਆ ਹੀ ਨਹੀਂ ਬਲਕਿ ਮੰਨਿਆ, ਉਸ ਅਨੁਸਾਰ ਕਾਰ ਕਮਾਈ, ਜਿਸ ਨੇ ਸਾਨੂੰ ਰੱਬੀ ਰਜ਼ਾ ਸਮਝਾਈ। ਰੱਬੀ ਗੁਣਾਂ ਨੂੰ ਅਸੀਂ ਗੁਰੂ ਕੋਲ ਸਿੱਖੇ, ਗੁਣਾਂ ਨੂੰ ਪ੍ਰੈਕਟੀਕਲੀ ਅਮਲੀ ਰੂਪ ਵਿੱਚ ਅਪਣਾ ਲਿਆ। ਹੁਣ ਪ੍ਰਾਰੰਭਕ ਪੰਕਤੀਆਂ ਵਿੱਚ ਫਰਮਾਉਂਦੇ ਆ ਕਿ ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੈ ਨਾ ਭਾਈ। ਤਾਤੀ ਵਾਵ ਮੁਹਾਵਰਾ, ਕਿ ਤਤੀ ਵਾਹ ਨਾ ਲੱਗਣਾ, ਭਾਵ ਕੋਈ ਕਸ਼ਟ ਨਾ ਹੋਣਾ, ਤਕਲੀਫ ਨਾ ਹੋਣਾ। ਗੁਰਬਾਣੀ ਵਿੱਚ ਆਖਾਨ ਮੁਹਾਵਰੇ ਆਮ ਵਰਤੇ ਹੋਏ ਆ। ਮਹਾਰਾਜ ਫਰਮਾਉਂਦੇ ਆ ਕਿ ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ। ਹੁਣ ਪ੍ਰਭੂ ਦੀ ਸ਼ਰਨ ਪਿਆ, ਸ਼ਰਨ ਪਿਆ ਤੋਂ ਭਾਵ ਇੱਥੇ ਆ ਜੋ ਗੁਰੂ ਨੇ ਰਾਮ ਨਾਮ ਦੀ ਔਖਦ ਦਿੱਤੀ ਆ, ਦਵਾਈ ਦਿੱਤੀ ਆ, ਇਸ ਦਵਾਈ ਨੂੰ ਵਰਤੇ ਆ, ਪ੍ਰਭੂ ਦੀ ਕੀਰਤੀ ਕਰਦੇ ਆ, ਉਸ ਕੀਰਤੀ ਦੇ ਭਾਵ ਨੂੰ ਆਪਣੇ ਅੰਦਰ ਵਸਾਇਆ, ਟਿਕਾਇਆ। ਉਸ ਮਨੁੱਖ ਨੂੰ ਤਤੀ ਵਾਹ ਨਹੀਂ ਲੱਗਦੀ, ਭਾਵ ਉਹਨੂੰ ਕੋਈ ਕਸ਼ਟ ਨਹੀਂ ਆਉਂਦਾ। ਕਸ਼ਟ ਨਾ ਆਉਣ ਤੋਂ ਭਾਵ ਕਿ ਉਸ ਮਨੁੱਖ ਨੂੰ ਦੁੱਖ ਤਕਲੀਫਾਂ ਤਾਂ ਆਉਂਦੀਆਂ, ਮੁਸ਼ਕਲਾਂ ਆਉਂਦੀਆਂ, ਔਕੜਾਂ ਆਉਂਦੀਆਂ, ਕਠਿਨਾਈਆਂ ਆਉਂਦੀਆਂ, ਸਮੱਸਿਆਵਾਂ ਆਉਂਦੀਆਂ, ਪਰ ਉਹਨਾਂ ਵਿੱਚ ਉਹ ਘਬਰਾਉਂਦਾ ਨਹੀਂ। ਇਹਨੂੰ ਮਹਾਰਾਜ ਨੇ ਆਖਿਆ ਪ੍ਰਭ ਕੈ ਸਿਮਰ ਦੁੱਖ ਨਾ ਸੰਤਾਪੈ, ਕਿ ਸਿਮਰਨ ਦੀ ਬਰਕਤ ਨਾਲ ਕੀ ਹੋਊਗਾ, ਦੁੱਖ ਤੇ ਆਉਣਗੇ ਪਰ ਦੁੱਖ ਮਨੁੱਖ ਨੂੰ ਦੁਖੀ ਨਹੀਂ ਕਰ ਸਕਦੇ। ਇਸ ਨੂੰ ਆਖਿਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਪਹਿਨੇ ਜਾ ਕੇ ਕੰਚਨ ਮਾਟੀ ਮਾਨੈ। ਤੋ ਇਹ ਮਹਾਰਾਜ ਇਹਨੂੰ ਆਖਦੇ ਕਿ ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਕਿਉਂਕਿ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਭਾਈ। ਰਾਮਕਾਰ ਤੰਤਰ ਸ਼ਾਸਤਰ ਅਨੁਸਾਰ ਉਹ ਕਾਰ, ਉਹ ਲਕੀਰ ਜੋ ਮੰਤਰ ਪੜ੍ਹ ਕੇ ਜੋ ਲਕੀਰ ਖਿੱਚੀ ਜਾਂਦੀ, ਵਾਹੀ ਜਾਂਦੀ ਆ ਰੱਖਿਆ ਦੀ ਖਿਆਲ ਨਾਲ। ਔਰ ਜਿਵੇਂ ਰਾਮਾਇਣ ਦੀ ਕਥਾ ਕਿ ਲਛਮਣ ਜਦੋਂ ਜਿਹੜਾ ਉਹ ਸੀਤਾ ਦੇ ਵਾਰ-ਵਾਰ ਕਹਿਣ ਤੇ ਰਾਮਚੰਦਰ ਦੀ ਸਹਾਇਤਾ ਲਈ ਉਹ ਜਾਂਦਾ, ਤਾਂ ਉਹ ਕਾਰ ਵਾਹ ਕੇ ਜਾਂਦਾ। ਔਰ ਰਾਵਣ ਜਿਹੜਾ ਉਹ ਉਦੋਂ ਕਾਮਯਾਬ ਹੁੰਦਾ ਆਪਣੇ ਮਕਸਦ ਵਿੱਚ ਜਦੋਂ ਸੀਤਾ ਉਸ ਕਾਰ ਤੋਂ ਬਾਹਰ ਆਉਂਦੀ ਆ। ਪਰ ਗੁਰਬਾਣੀ ਵਿੱਚ ਇਹਨਾਂ ਕਥਾਵਾਂ ਜਾਂ ਪ੍ਰਚਲਿਤ ਕਹਾਣੀਆਂ ਦਾ ਕੋਈ ਲੈਣ ਦੇਣ ਨਹੀਂ। ਭਾਵੇਂ ਕਿ ਜਿਹੜੀ ਚੌਗਿਰਦ ਦੇ ਰਾਮਕਾਰ ਹੈਗੀ ਆ, ਉਹ ਰਾਮ ਦੀ ਕਾਰ ਆ, ਪ੍ਰਭੂ ਦੇ ਨਾਮ ਦੀ ਕਾਰ ਆ, ਜਿਹਨੂੰ ਗੁਰੂ ਸਾਹਿਬ ਨੇ ਇੰਝ ਵੀ ਆਖਿਆ ਹੋਇਆ ਕਿ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ। ਤੋ ਇੱਥੇ ਕਿਉਂਕਿ ਸਾਡੇ ਆਲੇ ਦੁਆਲੇ ਰਾਮ ਨਾਮ ਦੀ ਕਾਰ ਆ, ਭਾਵ ਸਾਡੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਆ, ਪ੍ਰਭੂ ਦਾ ਚਿੰਤਨ ਕਰ ਰਹੇ ਆ, ਪ੍ਰਭੂ ਦੇ ਗੁਣ ਵਸੇ ਹੋਏ ਆ, ਇਸ ਲਈ ਦੁੱਖ ਲੱਗਿਆ ਨਾ ਭਾਈ। ਸਾਨੂੰ ਦੁੱਖ ਕਿਵੇਂ ਲੱਗ ਸਕਦਾ? ਜਿਨ੍ਹਾਂ ਨੇ ਰੱਬ ਦੀ ਰਜ਼ਾ ਨੂੰ ਸਮਝਿਆ ਉਹ ਕਿਸੇ ਵੀ ਪਰਿਸਥਿਤੀ ਵਿੱਚ ਦੁਖੀ ਨਹੀਂ ਹੋ ਸਕਦਾ। ਜਿਨ੍ਹਾਂ ਦਾ ਸ਼ਬਦ ਆ, ਹੁਣ ਉਹਨਾਂ ਦੇ ਜੀਵਨ ਵਿੱਚ ਜਿੰਨੀਆਂ ਕਠਿਨਾਈਆਂ ਆਉਂਦੀਆਂ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਕਠਿਨਾਈਆਂ ਆਈਆਂ ਪਰ ਮਹਾਰਾਜ ਡੋਲੇ ਨਹੀਂ, ਡਾਵਾਂ ਡੋਲ ਨਹੀਂ ਹੋਏ। ਉਹਨਾਂ ਦੀ ਅਡੋਲਤਾ ਅਖੀਰ ਤੱਕ ਬਰਕਰਾਰ ਰਹਿੰਦੀ ਆ। ਉਹ ਅਖੀਰ ਵਿੱਚ ਮਹਾਰਾਜ ਫਰਮਾਉਂਦੇ ਆ ਕਿ ਰਾਖ ਲਈਏ ਤਿਨ ਰੱਖਣਾ ਹਾਰ ਸਭ ਵਿਆਦ ਮਟਾਈ, ਕਹੋ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ। ਆਖਦੇ ਨਾਨਕ ਅੱਜ ਇਸ ਮਨੁੱਖ ਨੂੰ ਗੁਰੂ ਮਿਲ ਪਿਆ, ਜਿਹਨੇ ਗੁਰੂ ਦੀ ਮੱਤ ਲੈ ਲਈ, ਗੁਰੂ ਦੀ ਸਿੱਖਿਆ ਲੈ ਲਈ, ਉਸ ਨੂੰ ਰੱਖਣਹਾਰ ਪ੍ਰਭੂ ਨੇ ਬਚਾ ਲਿਆ। ਕਿਹਦੇ ਤੋਂ ਬਚਾ ਲਿਆ? ਇਸ ਵਿਆਹ ਤੋਂ ਬਚਾ ਲਿਆ, ਅਗਿਆਨਤਾ ਤੋਂ ਬਚਾ ਲਿਆ। ਉਸ ਨੂੰ ਰੱਬ ਦੀ ਹੁਕਮ ਦੀ ਸੋਝੀ ਜਿਹੜੀ ਆ ਉਹ ਬਖਸ਼ਿਸ਼ ਹੋ ਗਈ। ਉਹਨੇ ਰਜ਼ਾ ਨੂੰ ਸਮਝ ਕੇ ਹੁਕਮੀ ਬੰਦਾ ਬਣ ਗਿਆ। ਤੋ ਫਿਰ ਆਖਦੇ ਆ ਕਿ ਉਹਦੇ ਅੰਦਰੋਂ ਹਰੇਕ ਤਰ੍ਹਾਂ ਦਾ ਦੁੱਖ ਆ, ਰੋਗ ਆ, ਉਹ ਦੂਰ ਹੋ ਗਿਆ। ਜਿਹੜੇ ਮਾਨਸਿਕ ਰੋਗ, ਮਾਨਸਿਕ ਕਲੇਸ਼, ਮੁੱਖ ਰੂਪ ਵਿੱਚ ਗੁਰੂ ਸਾਡੇ ਜਿਹੜੇ ਮਨ ਦੇ ਕਲੇਸ਼ ਆ, ਮਨ ਦੇ ਦੁੱਖ ਆ, ਮੁੱਖ ਰੂਪ ਵਿੱਚ ਇਹ ਦੂਰ ਕਰਦਾ। ਬਹੁਤ ਸਾਰੇ ਜਿਹੜੇ ਦੁੱਖ ਜਿਹੜੇ ਆ ਉਹ ਮਾਨਸਿਕ ਰੋਗ ਹੀ ਸਾਡੇ ਸਰੀਰਕ ਰੋਗ ਬਣਦੇ ਆ। ਤਾਂ ਸੁਭਾਵਿਕ ਆ ਜਦੋਂ ਸਾਡੀ ਵਿਲ ਪਾਵਰ ਸਟਰੋਂਗ ਹੁੰਦੀ ਆ ਤਾਂ ਸਾਡੇ ਬਹੁਤ ਸਾਰੇ ਜਿਹੜੇ ਸਰੀਰਕ ਦੁੱਖ ਆ ਉਹ ਵੀ ਜਿਹੜੇ ਆ ਕਾਫੀ ਹੱਦ ਤੱਕ ਸਾਨੂੰ ਉਹਨਾਂ ਵਿੱਚ ਵੀ ਰਾਹਤ ਮਿਲਦੀ ਆ। ਤਾਂ ਮਹਾਰਾਜ ਫਿਰ ਫਰਮਾਉਂਦੇ ਆ, ਆਖਦੇ ਆ ਕਿ ਕਹੋ ਨਾਨਕ ਕਿਰਪਾ ਪਈ ਪ੍ਰਭ ਹੇ ਸਹਾਈ। ਇਸ ਤਰ੍ਹਾਂ ਦੀ ਕਿਰਪਾ ਹੋਈ, ਬਖਸ਼ਿਸ਼ ਹੋਈ, ਜਿਸ ਉੱਤੇ ਮਾਲਕ ਇਸ ਤਰ੍ਹਾਂ ਮਿਹਰ ਕਰਦਾ ਤਾਂ ਉਹ ਮਨੁੱਖ ਦਾ ਜਿਹੜਾ ਜੋ ਫਿਰ ਦਾ ਪਾਤਰ ਬਣ ਸਤਿਗੁਰੂ ਦੀ ਸਿੱਖਿਆ ਲੈ ਕੇ ਉਹਨੂੰ ਅਪਣਾਉਂਦਾ, ਉਸ ਤਰ੍ਹਾਂ ਜ਼ਿੰਦਗੀ ਜਿਉਂਦਾ
ਇਸ ਤਰ੍ਹਾਂ ਦਾ ਪ੍ਰਭੂ ਜਿਹੜਾ ਉਹ ਮਦਦਗਾਰ ਬਣਦਾ। ਰੱਬ ਇਸ ਤਰ੍ਹਾਂ ਮਨੁੱਖ ਦੀ ਸਹਾਇਤਾ ਕਰਦਾ, ਇਹ ਜੋ ਮਨੁੱਖ ਦੀ ਮਦਦ ਕਰਕੇ ਮਨੁੱਖ ਨੂੰ ਸਾਰਥਕ ਜ਼ਿੰਦਗੀ ਜਿਉਣ ਦਾ ਤਰੀਕਾ ਦ੍ਰਿੜ ਕਰਾਉਂਦਾ। ਤੋ ਸ਼ਬਦ ਵਿੱਚ ਤਾਂ ਮਹਾਰਾਜ ਇਹ ਗੱਲ ਆਖ ਰਹੇ ਆ। ਤੋ ਸਾਡੇ ਜਿਹੜੇ ਸੰਕਟ ਮੋਚਨ ਦੇ ਲੇਖਕ ਜੀ ਆ, ਕਰਤਾ ਜੀ ਆ, ਉਹ ਸਾਨੂੰ ਕੀ ਸਮਝਾ ਰਹੇ ਆ। ਸਾਡੇ ਦਰਸ਼ਕ ਜਿਹੜੇ ਆ ਹੁਣ ਖੁਦ ਇਹ ਸ਼ਬਦ ਨੂੰ ਵਿਚਾਰ ਕੇ ਸਮਝ ਕੇ ਦੇਖ ਸਕਦੇ ਆ। ਔਰ ਅਸੀਂ ਇਹ ਬੇਨਤੀ ਕਰ ਦਈਏ ਕਿ ਅਸੀਂ ਜਿਹੜਾ ਸ਼ਬਦ ਦਾ ਭਾਵ ਅਰਥ ਆ, ਆਖਰੀ ਅਰਥ ਆ, ਇਹ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਤੇ ਟੀਕੇ ਤੋਂ ਜ਼ਿਆਦਾ ਜਿਹੜਾ ਉਹ ਲੈ ਕੇ ਦੱਸਣ ਦੀ ਕੋਸ਼ਿਸ਼ ਕੀਤੀ ਆ। ਕਿਉਂਕਿ ਕਈ ਵਾਰ ਸਾਡੇ ਜਿਹੜੇ ਦਰਸ਼ਕ ਆ ਉਹ ਸਵਾਲ ਉਠਾਉਂਦੇ ਜੀ ਫਲਾਣੇ ਨੇ ਅਰਥ ਕੀਤੇ ਆ ਜਾਂ ਦੇ ਅਰਥ ਬਣਦੇ ਆ। ਇਸ ਲਈ ਅਸੀਂ ਬੇਨਤੀ ਕਰ ਦਈਏ ਕਿ ਅਰਥ ਜਿਹੜੇ ਆ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਵਿੱਚੋਂ ਜ਼ਿਆਦਾ ਲਏ ਆ। ਹਾਂ, ਭਾਵਰਤਾਂ ਵਿੱਚ ਜਿਹੜਾ ਅਸੀਂ ਖੋਲ੍ਹ ਕੇ ਜਿਹੜਾ ਦੱਸਿਆ ਉਹ ਅਸੀਂ ਸਮੁੱਚੇ ਰੂਪ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਜੀ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਬੜਾ ਕਲੀਅਰਲੀ ਅਸੀਂ ਇਸ ਦੇ ਉੱਤੇ ਗੱਲ ਕੀਤੀ ਹੈ ਕਿ ਸਾਡੇ ਉਸ ਗ੍ਰੰਥ ਵਿੱਚ ਜਾਂ ਸੰਕਟ ਮੋਚਨ ਵਿੱਚ ਕੀ ਲਿਖਿਆ ਹੋਇਆ ਔਰ ਬਾਣੀ ਕੀ ਕਹਿ ਰਹੀ ਹੈ, ਉਹ ਸ਼ਬਦ ਉਹੀ ਸ਼ਬਦ ਕੀ ਕਹਿ ਰਿਹਾ। ਇਹਦੇ ਵਿੱਚ ਜਿੱਦਾਂ ਭਾਈ ਸਾਹਿਬ ਨੇ ਕਿਹਾ, ਤੁਸੀਂ ਸਾਰੇ ਜਣੇ ਆਪ ਵਿਚਾਰ ਕਰੋ, ਸੋਚੋ ਔਰ ਪਰਖੋ ਔਰ ਉਹਨੂੰ ਆਪਣੇ ਤੇ ਲਾ ਕੇ ਦੇਖੋ ਤੇ ਕਰੋ। ਸੋ ਸਾਡੀ ਇਹੀ ਇੱਕ ਪ੍ਰੇਰਨਾ ਦਾ ਸਰੋਤ ਹੈ ਕਿ ਅਸੀਂ ਕਿੱਦਾਂ ਅਸੀਂ ਹਰ ਚੀਜ਼ ਨੂੰ ਦੇਖਣਾ। ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਕਲੀਅਰ ਦੱਸਿਆ। ਸੋ ਸਾਰੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਦੇਖਦੇ ਆ, ਸ਼ੇਅਰ ਕਰਦੇ ਆ, ਲਾਈਕ ਕਰਦੇ ਆ। ਸੋ ਅੱਗੇ ਇਹਨੂੰ ਕਰੋ ਤੇ ਸਬਸਕ੍ਰਾਈਬ ਵੀ ਕਰੋ, ਜੁਆਇਨ ਵੀ ਕਰੋ ਸਾਰਿਆਂ ਨੂੰ। ਤੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।